ਵੈਲਕਮ ਟੂ ਦਿਸ ਐਪੀਸੋਡ ਆਫ ਦ ਹਰਪ੍ਰੀਤ ਸਿੰਘ ਸ਼ੋ। ਇੱਕ ਅਸੀਂ ਸੈਲਫ ਐਨਾਲਿਸਿਸ ਦੇ ਉੱਤੇ ਇੱਕ ਸੀਰੀਜ਼ ਸ਼ੁਰੂ ਕੀਤੀ ਹੈ ਕਿ ਕਿਸ ਤਰੀਕੇ ਨਾਲ ਅਸੀਂ ਆਪਣੀ ਉਹਨਾਂ ਵਰਚੂਜ਼ ਨੂੰ ਕਲਟੀਵੇਟ ਕਰਨਾ ਹੈ ਜਿਹਦੇ ਨਾਲ ਕਿ ਉਹ ਸਟਰੈਂਥ ਸਾਡੇ ਜੀਵਨ ਦਾ ਆਧਾਰ ਬਣਨ। ਇਸ ਬਾਰੇ ਮੇਰਾ ਸਾਥ ਦੇ ਰਹੇ ਨੇ ਡਿੰਪਲ ਰਿਆਜ਼, ਜਿਹੜੇ ਕਿ ਇੱਕ ਸਪਿਰਿਚੁਅਲਿਸਟ ਨੇ, ਅਤੇ ਪਿਛਲੇ ਹਫਤੇ ਅਸੀਂ ਗੱਲਬਾਤ ਕੀਤੀ ਸੀ ਇਹਨਾਂ ਨਾਲ, ਜਿਸ ਦੇ ਵਿੱਚ ਕਿ ਇਹਨਾਂ ਨੇ ਕਿਹਾ ਕਿ ਸੈਲਫ ਕੌਨਫੀਡੈਂਸ ਬਹੁਤ ਜ਼ਰੂਰੀ ਹੈ। ਇਸੇ ਸੰਬੰਧ ਵਿੱਚ ਕਿਸ ਤਰ੍ਹਾਂ ਇਹ ਵਰਚੂਜ਼ ਨੂੰ ਅਸੀਂ ਹੋਰ ਕਲਟੀਵੇਟ ਕਰੀਏ, ਆਓ ਜਾਣਕਾਰੀ ਲੈਂਦੇ ਹਾਂ ਡਿੰਪਲ ਰਿਆਜ਼ ਤੋਂ। Dimple ji, welcome to the program. Thank you, Harpreet ji. It's always a pleasure. It's always a pleasure to have you here. Last time ਅਸੀਂ ਗੱਲਬਾਤ ਕੀਤੀ ਸੀ ਕਿ ਸੈਲਫ ਐਨਾਲਿਸਿਸ ਇਜ਼ ਅ ਮਸਟ। ਕੋਈ ਵੀ ਵਿਅਕਤੀ ਕਿਤੇ ਵੀ ਕੋਈ ਕੰਮ ਕਰਦਾ ਹੈ ਹਮੇਸ਼ਾ ਐਨਾਲਿਸਿਸ ਜ਼ਰੂਰ ਕਰਦਾ ਹੈ। ਕੋਈ ਬਿਜ਼ਨਸ ਹੋਏ, ਜੌਬ ਹੋਏ, ਸਾਲ ਬਾਅਦ ਅਸੀਂ ਲੇਖਾ ਜੋਖਾ ਜਿਹਨੂੰ ਕਹਿੰਦੇ ਕਰਦੇ ਹਾਂ ਕਿ ਯਾਰ ਕਿੱਥੇ ਸੀ, ਕਿੱਥੇ ਪਹੁੰਚੇ ਹਾਂ। ਅਤੇ ਜਦੋਂ ਜੀਵਨ ਦੀ ਗੱਲ ਆਉਂਦੀ ਹੈ, ਬੜੇ ਲਿਮਿਟਡ ਸਵਾਸ ਸਾਨੂੰ ਮਿਲੇ ਨੇ, ਸਮੇਂ ਦਾ ਪਤਾ ਹੀ ਨਹੀਂ ਲੱਗਦਾ। ਐਂਡ ਆਈ ਵਾਜ਼ ਰੀਡਿੰਗ ਅ ਬੁੱਕ ਜਿਹਦੇ 'ਚ ਕਿ 5 ਰਿਗਰੈਟਸ ਜਿਹੜੇ ਵਿਅਕਤੀ, ਕੋਈ ਨਰਸ ਹੈ ਉਸਨੇ ਜਿਹੜੇ ਪੀਪਲ ਹੂ ਆਰ ਔਨ ਦਾ ਡੈਥ ਬੈਡ ਉਹਨਾਂ ਨਾਲ ਗੱਲਬਾਤ ਕਰਕੇ ਗੱਲ ਕੀਤੀ, ਅਤੇ ਉਹਨਾਂ ਨੇ ਕਿਹਾ ਫਸਟ ਜਿਹੜਾ ਰਿਗਰੈਟ 90% ਤੋਂ ਵੱਧ ਲੋਕਾਂ ਦਾ ਸੀ ਉਹ ਇਹ ਸੀ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਸਮਾਂ ਹੀ ਨਹੀਂ ਕੱਢਿਆ ਆਪਣੇ ਵਾਸਤੇ। ਅਸੀਂ ਬਸ ਦੂਸਰਿਆਂ ਵਾਸਤੇ ਜੀਂਦੇ ਰਹੇ ਕਿ ਦੂਸਰੇ ਦੇ ਓਪੀਨੀਅਨਸ ਜਿਹੜੇ ਸੀ ਉਹਨਾਂ ਨੂੰ ਬੇਸ ਬਣਾ ਕੇ ਇੱਕ ਫਿਗਮੈਂਟ ਆਫ ਇਮੈਜੀਨੇਸ਼ਨ ਦੇ ਵਿੱਚ ਅਸੀਂ ਆਪਣਾ ਜੀਵਨ ਬਤੀਤ ਕਰ ਦਿੱਤਾ। ਸੋ ਹੁਣ ਜਦੋਂ ਸੈਲਫ ਐਨਾਲਿਸਿਸ ਦੀ ਗੱਲ ਕਰਦੇ ਹਾਂ ਅਤੇ ਸੀਰੀਜ਼ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਡੈਪਥ ਵਿੱਚ ਜਾ ਕੇ ਕਿਵੇਂ ਉਹ ਚੀਜ਼ਾਂ ਨੂੰ ਇਨਕਲਕੇਟ ਕਰ ਸਕੀਏ ਆਪਣੇ ਜੀਵਨ ਦੇ ਵਿੱਚ। ਥਿਓਰੈਟਿਕਲੀ ਸਭ ਕੁਝ ਸਾਨੂੰ ਪਤਾ ਹੈ, ਇਹ ਨਹੀਂ ਕਿ ਨਹੀਂ ਪਤਾ ਹੈਗਾ। ਸ਼ਾਇਦ ਹੀ ਕੋਈ ਇਨਸਾਨ ਹੋ ਜਿਸ ਨੂੰ ਨਾ ਪਤਾ ਹੋਏ ਕਿ ਗਲਤ ਕੀ ਹੈ ਅਤੇ ਸਹੀ ਕੀ ਹੈ, ਲੇਕਿਨ ਗਲਤ ਹਮੇਸ਼ਾ ਹੀ ਸਾਨੂੰ ਆਕਰਸ਼ਿਤ ਕਰ ਲੈਂਦਾ ਹੈ। ਅਸੀਂ ਨਾ ਚਾਹੁੰਦੇ ਹੋਏ ਵੀ ਉਸ ਦੇ ਵਿੱਚ ਜਕੜ ਜਾਂਦੇ ਹਾਂ। ਐਂਡ ਉਹਦੇ 'ਚ ਤੁਸੀਂ ਲਾਸਟ ਟਾਈਮ ਗੱਲ ਕੀਤੀ ਸੀ ਕਿ ਸੈਲਫ ਕੌਨਫੀਡੈਂਸ ਜਿਹੜਾ ਹੈਗਾ ਇਹ ਮਸਟ ਹੈਗਾ। ਜੇ ਇਹ ਤੁਹਾਡਾ ਸਟਰੈਂਥ ਹੋਏਗੀ ਤਾਂ ਤੁਸੀਂ ਬਚ ਜਾਓਗੇ ਇਹਨਾਂ ਚੀਜ਼ਾਂ ਤੋਂ। ਹੋਰ ਕੀ ਕੁਝ ਚਾਹੀਦਾ ਅਤੇ ਕਿਵੇਂ ਇਸ ਸੈਲਫ ਕੌਨਫੀਡੈਂਸ ਨੂੰ ਹੋਰ ਸਟਰੋਂਗ ਕੀਤਾ ਜਾਏ? Again, ਉਹੀ ਗੱਲ ਆ ਜਾਂਦੀ ਵਾਪਸ, knowledge, accurate and the truth knowledge, knowledge about the self। ਅਸੀਂ ਆਪਣੇ ਆਪ ਨੂੰ ਇੱਕ ਬਹੁਤ ਲਿਮਿਟਡ ਦਾਇਰੇ ਦੇ ਨਾਲ ਦੇਖਦੇ ਹਾਂ, ਪਰ ਜੇ ਅਸੀਂ ਉਸ ਅਨਲਿਮਿਟਡ ਦਾਇਰੇ ਦੇ ਵਿੱਚ ਦੇਖੀਏ ਕਿ ਇਹ ਸਮਝੀਏ ਕਿ ਸਾਡੀ ਜਿਹੜੀ ਆਤਮਾ ਹੈਗੀ ਆ, ਔਰ we as an individual we're very very powerful in a sense ਕਿ ਜੇ ਅਸੀਂ ਆਪਣੀ ਇੱਕ ਮੈਮੋਰੀ ਦੇ ਵਿੱਚ ਆਪਣੀ ਸਦੀਆਂ, ਸਾਲਾਂ ਨਹੀਂ, ਸਦੀਆਂ ਦੀ ਮੈਮੋਰੀ ਸਟੋਰ ਕਰ ਸਕਦੇ ਹਾਂ, ਕਿ ਉਹਨਾਂ ਦੇ ਐਕਸਪੀਰੀਅੰਸਿਸ ਅਸੀਂ ਯਾਦ ਕਰ ਸਕਦੇ ਹਾਂ। that means it's so much power that we're not utilizing ਨਾ। ਸੋ ਬਸ ਜੇ ਅਸੀਂ ਉਹਨਾਂ ਨੂੰ ਸਮਝ ਕੇ ਉਹਨਾਂ ਨੂੰ ਡੇਲੀ ਪ੍ਰੈਕਟਿਸ ਕਰੀਏ, ਫਿਰ ਅਸੀਂ ਆਪਣੀ ਉਹ ਸੈਲਫ ਕਾਨਫੀਡੈਂਸ ਨੂੰ ਹੀ ਨਹੀਂ ਬਲਕਿ ਆਪਣੀ ਜ਼ਿੰਦਗੀ ਦਾ ਜਿਹੜਾ ਇੱਕ ਮਕਸਦ ਹੈਗਾ ਆ ਉਹਨੂੰ ਵੀ ਅਸੀਂ ਜੀ ਸਕਦੇ ਹਾਂ। ਸੋ ਹੁਣ ਜਦੋਂ ਅਸੀਂ ਪਿਛਲੀ ਦਫਾ ਗੱਲ ਕੀਤੀ ਸੀਗੀ ਕਿ ਆਤਮਾ ਦੀ 7 ਕੁਆਲਿਟੀਜ਼ ਹੈਗੀ ਨੇ, ਅਤੇ ਉਹਦੇ ਦੇ ਨਾਲ ਵਰਚੂਜ਼ ਵੀ ਆਉਂਦੇ ਨੇ ਕਿ ਐਜ਼ ਅ ਰਿਕੁਆਇਰਮੈਂਟ ਫॉर ਈਚ ਸਿੰਗਲ ਕੁਆਲਿਟੀ ਨਾ। ਸੋ ਹੁਣ ਆਤਮਾ ਦੀ 32 ਵਰਚੂਜ਼ ਹੈਗੀਆਂ ਨੇ ਨਾ, ਜਿਨ੍ਹਾਂ ਦੇ ਵਿੱਚ ਆ ਜਾਂਦਾ ਆ ਹਿਊਮਿਲਿਟੀ, ਗ੍ਰੈਟੀਟਿਊਡ, ਓਨੈਸਟੀ, ਸੈਲਫ ਰਿਸਪੈਕਟ, ਹੋਰ ਵੀ ਅਡੈਪਟੇਬਿਲਿਟੀ, ਡਿਪੈਂਡੇਬਿਲਿਟੀ, reliability, unity, dignity, integrity, I mean to name them, there's so many virtues, but ਇਹਨਾਂ ਦੇ ਵਿੱਚੋਂ ਅਸੀਂ ਕਿੰਨੀਆਂ ਪ੍ਰੈਕਟਿਸ ਕਰਦੇ ਹਾਂ for the lack of knowledge। ਬਸ ਜੇ ਅਵੇਅਰਨੈਸ ਆ ਜਾਵੇ, ਨੌਲੇਜ ਆ ਜਾਵੇ, ਅਤੇ ਅਸੀਂ ਉਹਨਾਂ ਨੂੰ ਈਵਨ ਲਿਖ ਕੇ ਆਪਣੇ ਸਾਹਮਣੇ ਕਰ ਲਈਏ, ਅਤੇ ਆਟੋਮੈਟਿਕ ਰਿਸਪੌਂਸ ਦੇ ਬਜਾਏ ਅਸੀਂ ਆਪਣੀ ਸੋਚ ਸਮਝ ਕੇ ਕੈਲਕੂਲੇਟਡ ਡਿਸੀਜ਼ਨ ਬਣਾਈਏ ਬੇਸਡ ਔਨ ਆਵਰ ਟਰੂ ਕੋਰ ਵੈਲਿਊਜ਼। ਔਰ ਮੇਰੀ ਵੈਲਿਊਜ਼ ਕਿੱਥੋਂ ਆਉਂਦੀਆਂ ਨੇ? ਫਰਮ ਆਲ ਥੀਸ ਵਰਚੂਜ਼। ਫਰਕ ਸਿਰਫ ਇੰਨਾ ਹੈ ਕਿ ਵੀਆਰ ਨਾਟ ਯੂਜ਼ਿੰਗ ਦਮ। ਕਹਿਣ ਦਾ ਮਤਲਬ ਐਜ਼ ਐਨ ਐਗਜ਼ਾਮਪਲ, ਹੁਣ ਜੇ ਕਿਚਨ ਕਬਰਡ ਦੇ ਵਿੱਚ ਅਸੀਂ ਸਪਾਈਸ ਕਬਰਡ ਦੇ ਵਿੱਚ ਜਾ ਕੇ ਦੇਖੀਏ, ਉਹਦੇ ਵਿੱਚ ਅਸੀਂ ਹਰ ਇੱਕ ਤਰ੍ਹਾਂ ਦੀ ਸਪਾਈਸਿਸ ਰੱਖਦੇ ਹਾਂ। ਸਮ ਆਫ ਦੈਮ ਵੀ ਡੋਂਟ ਨੋ ਵਟ ਦੇ ਆਰ, ਉਹਨਾਂ ਦਾ ਯੂਜ਼ ਕੀ ਆ ਔਰ ਕੀ ਨਹੀਂ, ਪਰ ਅਸੀਂ ਰੱਖਦੇ ਹਾਂ ਨਾ। ਪਰ ਜਿੰਨਾ ਅਸੀਂ ਉਸ ਸਪਾਈਸ ਦੇ ਬਾਰੇ ਹੁਣ ਸਮਝਣਾ ਸ਼ੁਰੂ ਕਰ ਦਈਏ, ਉਹਦੇ ਬਾਰੇ ਜਾਣਨਾ ਸ਼ੁਰੂ ਕਰ ਦਈਏ, then we're able to use it in a recipe that requires that particular spice। so similarly ਜਿਹੜੇ ਸਾਡੇ virtues ਹੈਗੇ ਨੇ ਉਹ ਵੀ ਇੱਦਾਂ ਹੀ ਹੈਗੇ ਆ ਸਾਡੀ ਜ਼ਿੰਦਗੀ ਦੇ ਵਿੱਚ। ਜਿੰਨਾ ਅਸੀਂ ਉਹਨਾਂ ਨੂੰ ਸਮਝਾਂਗੇ, ਉਹਨਾਂ ਨੂੰ ਪ੍ਰੈਕਟੀਕਲੀ ਇਸਤੇਮਾਲ ਕਰਾਂਗੇ, ਆਪਣੀ ਜ਼ਿੰਦਗੀ ਦੇ ਵਿੱਚ ਇੰਬਾਈਬ ਕਰਾਂਗੇ, ਔਰ ਉਹਨਾਂ ਦਾ ਜਿਹੜਾ ਵੀ ਫਲੇਵਰ ਹੈਗਾ ਅਸੀਂ ਉਸ ਨੂੰ ਟੇਸਟ ਕਰਾਂਗੇ। ਰਾਈਟ ਜੀ। ਸੋ ਇਸਤੇਮਾਲ ਦੀ ਗੱਲ ਜਿਹੜੀ ਤੁਸੀਂ ਕੀਤੀ, ਫਿਰ ਉਹੀ ਗੱਲ ਹੈ, ਪਿਆ ਤਾਂ ਸਭ ਕੁਝ ਹੈਗਾ ਸਾਡੇ ਕੋਲ, ਪੋਟੈਂਸ਼ੀਅਲ ਹੈਗਾ, ਇਟਸ ਲਾਈਂਗ ਵਿਦ ਇਨ ਅਸ, ਬਟ ਡੋਰਮੈਂਟ ਪਿਆ ਹੋਇਆ ਹੈ। ਉਸ ਡੋਰਮੈਂਸੀ 'ਚੋਂ ਉਸਨੂੰ ਕੱਢ ਕੇ ਅਸੀਂ ਇਸਤੇਮਾਲ ਜਿਹੜਾ ਕਰਨਾ ਹੈਗਾ, ਸੈਲਫ
ਕੌਨਫੀਡੈਂਸ ਇੱਕ ਵਰਚੂ ਜਿਹੜਾ ਤੁਸੀਂ ਕਿਹਾ ਸੀ ਕਿ ਇਹ ਇਸ ਐਸਪੈਕਟ ਤੇ ਸਾਨੂੰ ਕੰਮ ਕਰਨ ਦੀ ਲੋੜ ਹੈ, ਉਹ ਹੋਏਗਾ ਨੌਲੇਜ ਦੇ ਨਾਲ। ਹੁਣ ਨੌਲੇਜ ਦੇ ਬਾਰੇ ਵੀ ਅਗੇਨ ਉਹੀ ਗੱਲ ਆ ਜਾਂਦੀ ਹੈ ਕਿ ਨੌਲੇਜ ਇੰਨੀ ਜ਼ਿਆਦਾ ਅੱਜ ਦੇ ਇਸ ਯੁੱਗ ਵਿੱਚ ਸਾਨੂੰ ਮਿਲਦੀ ਹੈ ਕਿ ਉਹਨੂੰ ਸਿਫਟ ਕਰਨਾ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਕਿਹੜੀ ਠੀਕ ਹੈ ਤੇ ਕਿਹੜੀ ਨਹੀਂ ਹੈਗੀ। ਉਸ ਮੁਤਲਕ ਥੋੜ੍ਹਾ ਜਿਹਾ ਦੱਸੋ ਕਿ ਇਹ, ਕਿਉਂਕਿ ਕਿਹਾ ਜਾਂਦਾ ਨੌਲੇਜ ਇਜ਼ ਗੁੱਡ ਬਟ ਅਪਲਾਈਡ ਨੌਲੇਜ ਇਜ਼ ਬੈਨੀਫੀਸ਼ੀਅਲ। ਸੋ ਕਿਵੇਂ ਉਹ ਨੌਲੇਜ ਨੂੰ ਅਸੀਂ ਐਪਲੀਕੇਸ਼ਨ ਲੈਵਲ ਤੱਕ ਲੈ ਕੇ ਆਉਣਾ ਤੇ ਕਿਹੜੀ ਨੌਲੇਜ ਨੂੰ ਅਸੀਂ ਪਰਖਣਾ, ਉਹਦੇ ਬਾਰੇ ਥੋੜ੍ਹਾ ਦੱਸੋ ਜੀ। ਜੋ ਤੁਸੀਂ ਇਹ ਗੱਲ ਕੀਤੀ ਮੈਨੂੰ ਇੱਕ ਜੋਕ ਯਾਦ ਆਇਆ ਜੀ। ਇਟਸ ਲਾਈਕ ਇੱਕ ਬਹੁਤ ਬਜ਼ੁਰਗ ਔਰਤ ਸੀ ਤੇ ਉਹ ਆਪਣੀ ਜਿਹੜੀ ਇੱਕ ਸੂਈ ਸੀਗੀ ਆਪਣੇ ਅੰਦਰ ਘਰ ਉਹਨਾਂ ਨੇ ਗਵਾ ਲਈ ਜੀ, ਪਰ ਅੰਦਰ ਹਨੇਰਾ ਸੀਗਾ, ਸੋ ਉਹ ਬਾਹਰ ਉਹ ਲੱਭਣਾ ਸ਼ੁਰੂ ਹੋ ਗਏ ਓਕੇ ਐਂਡ ਅੰਡਰ ਦ ਲਾਈਟ ਪੋਸਟ ਨਾ। ਸੋ ਆਉਂਦੇ ਜਾਂਦੇ ਜੋ ਵੀ ਕਹਿੰਦੇ ਸੀ ਕਿ ਪੁੱਛਦੇ ਸੀ ਕਿ ਤੁਸੀਂ ਇੱਥੇ ਲੱਭਦੇ ਕੀ ਲੱਭਦੇ ਆ, ਸੋ ਉਹਨਾਂ ਕਿਹਾ ਕਿ ਮੇਰੀ ਸੂਈ ਸੀ ਉਹ ਗਵਾਚ ਗਈ ਜੀ। ਤੇ ਕਾਫੀ ਜਾਣੇ ਇਕੱਠੇ ਹੋ ਗਏ ਉਹਨਾਂ ਦੀ ਹੈਲਪ ਕਰਨ ਦੇ ਲਈ। ਤੇ ਫਿਰ ਇੱਕ ਜਾਣੇ ਨੇ ਪੁੱਛਿਆ ਉਹਨਾਂ ਤੋਂ ਰੁਕ ਕੇ ਕਿ ਮਾਤਾ ਜੀ ਤੁਸੀਂ ਆਪਣੀ ਸੂਈ ਐਕਚੁਅਲੀ ਗਵਾਈ ਕਿੱਥੇ? ਤੇ ਉਹ ਕਹਿੰਦੇ ਕਿ ਬੇਟਾ ਮੇਰੀ ਉਹ ਅੰਦਰ ਘਰ ਕਮਰੇ ਦੇ ਵਿੱਚ ਗੁੰਮ ਹੋ ਗਈ। ਤਾਂ ਫਿਰ ਕਹਿੰਦਾ ਮਾਤਾ ਜੀ ਤੁਸੀਂ ਬਾਹਰ ਕਿਉਂ ਲੱਭ ਰਹੇ ਹੋ, ਇੱਥੇ ਅੰਦਰ ਲੱਭੋ ਨਾ। ਕਹਿੰਦੇ ਮੈਂ ਅੰਦਰ ਕਿੱਦਾਂ ਜਾਵਾਂ, ਉੱਥੇ ਤਾਂ ਹਨੇਰਾ ਬਹੁਤ ਆ, ਐਟਲੀਸਟ ਇੱਥੇ ਲਾਈਟ ਦੇ ਨੇੜੇ ਮੈਨੂੰ ਦਿਖਤਾ ਜਾਏਗੀ ਨਾ। ਸੋ ਸਿਮਿਲਰਲੀ ਉਹੀ ਗੱਲ ਅਸੀਂ ਕਰਦੇ ਹਾਂ। ਨੌਲੇਜ ਦੀ ਤੁਸੀਂ ਗੱਲ ਕੀਤੀ, ਨੌਲੇਜ ਸਾਡੇ ਕੋਲ ਹੈਗੀ ਆ, ਬਹੁਤ ਹੈਗੀ ਆ, ਪਰ ਨੌਲੇਜ ਕਿਹੜੀ ਟਾਈਪ ਦੀ ਹੈਗੀ ਆ ਨਾ। ਔਰ ਅਸੀਂ ਨੌਲੇਜ ਸਾਡੀ ਐਕਸਟਰਨਲ ਲਾਈਫ ਦੀ ਬਹੁਤ ਐਕਵਾਇਰ ਕਰ ਚੁੱਕੇ ਹਾਂ। ਹੁਣ ਜੇ ਅਸੀਂ ਉਹੀ ਨੌਲੇਜ ਇੰਟਰਨਲ ਦੀ ਐਕਵਾਇਰ ਕਰੀਏ ਅਬਾਊਟ ਦ ਸੈਲਫ, ਲਰਨ ਅਬਾਊਟ ਦ ਸੈਲਫ, ਦੈਟ ਇਜ਼ ਵਾਟ ਵਿਲ ਹੈਲਪ ਅਸ। ਔਰ ਇੱਕ ਹੋਰ ਮੈਨੂੰ ਗੱਲ ਯਾਦ ਆਉਂਦੀ ਹੈ ਤੇ ਕਿ ਜਦੋਂ ਇੱਕ ਮਰੀਜ਼ ਡਾਕਟਰ ਦੇ ਕੋਲ ਜਾਂਦਾ, ਡਾਕਟਰ ਦੇ ਕੋਲ ਪੂਰੀ ਸਿੰਪਟਮਸ ਉਹ ਦੱਸ ਦਿੰਦਾ ਨਾ, ਤੇ ਹੁਣ ਜਦੋਂ ਡਾਕਟਰ ਨੇ ਪ੍ਰਿਸਕ੍ਰਿਪਸ਼ਨ ਦੇਣੀ ਆ, ਉਹ ਡਾਕਟਰ ਇਹ ਤਾਂ ਨਹੀਂ ਕਹੇ ਨਾ ਕਿ ਤੁਹਾਨੂੰ ਆਹ ਸਿੰਪਟਮਸ ਹੈਗੀਆਂ, ਮੈਂ ਪ੍ਰਿਸਕ੍ਰਿਪਸ਼ਨ ਆਹ ਤੁਹਾਡੀ ਮਦਰ ਨਾਲ ਨੂੰ ਦੇ ਦੂੰਗਾ, ਆਹ ਤੁਹਾਡੇ ਸਿਬਲਿੰਗਸ ਨੂੰ ਦੇ ਦੂੰਗਾ, ਆਹ ਪ੍ਰਿਸਕ੍ਰਿਪਸ਼ਨ ਮੈਂ ਤੁਹਾਡੇ ਬੱਚਿਆਂ ਨੂੰ ਦੇ ਦੂੰਗਾ। ਇਹ ਤਾਂ ਨਹੀਂ ਡਾਕਟਰ ਕਹੇਗਾ ਨਾ, ਤੁਹਾਡੇ ਸਿੰਪਟਮਸ ਨੇ ਤੇ ਡਾਕਟਰ ਪ੍ਰਿਸਕ੍ਰਿਪਸ਼ਨ ਸਿਰਫ ਤੁਹਾਨੂੰ ਹੀ ਦੇਣਗੇ। ਸੋ ਸਿਮਿਲਰਲੀ ਅਸੀਂ ਇਸ ਨੌਲੇਜ ਨੂੰ ਜੇ ਲੈਂਦੇ ਵੀ ਹਾਂ, ਸਮਝਦੇ ਵੀ ਹਾਂ, ਪਰ ਅਸੀਂ ਉੱਤੇ ਇੰਪਲੀਮੈਂਟ ਨਹੀਂ ਕਰ ਪਾਉਂਦੇ ਕਿਉਂਕਿ ਅਸੀਂ ਹਜੇ ਵੀ ਸੋਚਦੇ ਹਾਂ ਕਿ ਮੇਰੀ ਜ਼ਿੰਦਗੀ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਇਹ ਮੇਰਾ ਆਪਣਾ ਕੀਤਾ ਨਹੀਂ, ਜੇ ਦੂਸਰਾ ਬਦਲ ਜਾਂਦਾ ਫਿਰ ਮੇਰੀ ਜ਼ਿੰਦਗੀ ਹੋਰ ਹੋਣੀ ਸੀ, ਜੇ ਮੈਨੂੰ ਦੂਸਰਾ ਕੁਝ ਨਹੀਂ ਇੱਦਾਂ ਕਹਿੰਦਾ ਫਿਰ ਮੇਰੀ ਜ਼ਿੰਦਗੀ ਹੋਰ ਕੁਝ ਹੋਰ ਹੋਣੀ ਸੀਗੀ, ਔਰ ਆਈ ਵੁੱਡ ਹੈਵ ਬੀਨ ਅ ਡਿਫਰੈਂਟ ਪਰਸਨ ਇਫ ਥਿੰਗਸ ਵਰ ਡਿਫਰੈਂਟ, ਇਫ ਸਿਚੁਏਸ਼ਨਸ ਵਰ ਡਿਫਰੈਂਟ। ਰਾਈਟ। No. So on the basis of the circumstances ਅਸੀਂ ਆਪਣੇ conclusions ਕੱਢ ਲੈਣਗੇ ਜਦ ਕਿ ਹਕੀਕਤ ਕੁਝ ਹੋ ਰਿਹਾ ਜੀ। ਕੀ ਹਕੀਕਤ ਹੈ ਇਸ ਬਾਰੇ ਗੱਲਬਾਤ ਕਰਦੇ ਹਾਂ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ। आज द सरप्राइज वीकेंड तो बाद पूरी दुनिया ਨੂੰ असली प्यार ਦਾ ਪਤਾ ਚੱਲ ਜਾਏਗਾ। असली प्यार यानी फाइबरटेक, क्वालिटी प्रोडक्ट्स, बेहतरीन डिजाइन्स। ਕੀ ਗੱਲ ਹੈ ਅੱਜ ਫਾਈਬਰਟੈਕ ਤੋਂ ਕਿਚਨ ਸਿੰਕ ਘਰ ਲੈ ਕੇ ਜਾਣਾ ਹੈ ਜਾਂ ਫਿਰ ਸੁਪਨੇ ਹੀ ਦੇਖੀ ਜਾਣੇ ਹੈ? Fibertech Distributors serves all across North America. 604-507-2199. fibertechbc.ca. ਸੋ ਸਵਾਗਤ ਹੈ ਜੀ ਇੱਕ ਵਾਰ ਫਿਰ ਆਪ ਸਭ ਦਾ ਇਸ ਸੀਰੀਜ਼ ਦੇ ਵਿੱਚ। ਸਾਥ ਦੇ ਰਹੇ ਨੇ ਡਿੰਪਲ ਰਿਆਤ ਤੇ ਗੱਲਬਾਤ ਚੱਲ ਰਹੀ ਹੈ ਕਿ ਕਿਸ ਤਰ੍ਹਾਂ ਅਸੀਂ ਆਪਣੇ ਓਪੀਨੀਅਨਸ ਜਿਹੜੇ ਹੈਗੇ ਨੇ ਬਣਾਉਂਦੇ ਹਾਂ ਔਨ ਦਾ ਬੇਸਿਸ ਕਿ ਬਾਕੀ ਕੀ ਸਮਝਦੇ ਨੇ। ਸਰਕਮਸਟੈਂਸਸ ਨੂੰ ਅਸੀਂ ਜ਼ਿਆਦਾਤਰ ਬਲੇਮ ਕਰਦੇ ਹਾਂ ਤੇ ਸਕੇਪ ਕੋਡ ਬਣਾ ਲੈਂਦੇ ਹਾਂ, ਜਦਕਿ ਅਸੀਂ ਆਪਣੀ ਇਸ਼ੂਜ਼ ਚੈਲੰਜਸ ਜਿਹੜੇ ਹੁੰਦੇ ਨੇ ਜਾਂ ਜਿਹੜੇ ਪ੍ਰੋਬਲਮਸ ਹੁੰਦੀਆਂ ਨੇ ਉਹਨਾਂ ਨੂੰ ਅਸੀਂ ਐਕਸੈਪਟ ਕਰਨ ਲਈ ਤਿਆਰ ਨਹੀਂ ਹੁੰਦੇ। ਸੋ ਕਿਵੇਂ ਉਸ ਵਰਚੁਅਲ ਰਿਐਲਿਟੀ ਵਾਲੇ ਪਾਸੇ ਅਸੀਂ ਜਾਣਾ ਹੈ, ਇਸ ਬਾਰੇ ਅਸੀਂ ਗੱਲਬਾਤ ਕਰ ਰਹੇ ਹਾਂ। ਆਓ ਹੋਰ ਜਾਣਕਾਰੀ ਲੈ ਰਹੇ ਜੀ। ਕੀ ਕੀਤਾ ਜਾਵੇ? ਅਗੇਨ ਜਿਹੜਾ ਤੁਸੀਂ ਕਹਿ ਰਹੇ ਸੀ ਕਿ ਸਰਕਮਸਟੈਂਸਸ ਨੂੰ ਅਸੀਂ ਆਪਣਾ ਸਕੇਪ ਕੋਡ ਬਣਾ ਲੈਂਦੇ, ਉਹਦੇ ਕਰਕੇ ਸਾਨੂੰ ਅਸੀਂ ਇਹ ਕੀਤਾ ਜਾਂ ਉਹਦੇ ਕਰਕੇ ਇਹ ਹੋ ਗਿਆ, ਜਦਕਿ ਆਪਣਾ ਐਡਮਿਟ ਕਰਨ ਨੂੰ ਅਸੀਂ ਤਿਆਰ ਨਹੀਂ ਹੁੰਦੇ ਹੈਗੇ। ਸੋ ਕਿਵੇਂ ਅਗੇਨ ਅਸੀਂ ਕਿਉਂਕਿ ਵਰਚੂਜ਼ ਦੀ ਗੱਲ ਕਰ ਰਹੇ ਹਾਂ, ਸਟਰੈਂਥ ਦੀ ਗੱਲ ਕਰ ਰਹੇ ਹਾਂ, ਸੋ ਕਿਵੇਂ ਉਹ ਸਟਰੈਂਥ ਜਿਹੜੀ ਉਸ ਨੂੰ ਮਜ਼ਬੂਤ ਕੀਤਾ ਜਾਏ? ਸਟਰੈਂਥ ਨੂੰ ਅਸੀਂ ਮਜ਼ਬੂਤ ਤਾਂ ਹੀ ਕਰ ਸਕਦੇ ਹਾਂ ਕਿ ਪਹਿਲਾਂ ਤਾਂ ਅਸੀਂ ਐਕਸੈਪਟ ਕਰੀਏ ਕਿ ਆਈ ਹੈਵ ਦ ਪਾਵਰ ਜੀ ਐਂਡ ਆਈ ਐਮ ਪਾਵਰਫੁਲ ਟੂ ਬ੍ਰਿੰਗ ਅਬਾਊਟ ਦ ਨੈਸੈਸਰੀ ਚੇਂਜਸ। ਕਿਉਂਕਿ ਯੂਜੂਅਲੀ ਕੀ ਹੁੰਦਾ ਕਿ ਪਹਿਲਾਂ ਤਾਂ ਅਸੀਂ ਇਹ ਚੀਜ਼ ਨੂੰ ਐਕਸੈਪਟ ਨਹੀਂ ਕਰਦੇ ਕਿ ਮੈਂ ਆਪਣੀ ਜ਼ਿੰਦਗੀ ਦੇ ਰੁਖ ਨੂੰ ਬਦਲ ਸਕਦੇ ਹਾਂ, ਕਿਉਂਕਿ ਵੀ ਗਿਵ ਅਪ ਵੈਸੇ ਕਿ ਹੁਣ ਤਾਂ ਕੁਝ ਹੋ ਹੀ ਨਹੀਂ ਸਕਦਾ, ਮੈਂ ਹੁਣ ਕੁਝ ਕਰ ਹੀ ਨਹੀਂ ਸਕਦੀ, ਕਿਉਂਕਿ ਪਤਾ ਨਹੀਂ ਕਿੰਨੇ ਕਿੰਨੇ ਸਾਲਾਂ ਦੀ ਇਹ ਸੇਮ ਚੀਜ਼ ਹੈਗੀ ਆ, ਸੇਮ ਬਿਹੇਵੀਅਰਸ ਹੈਗੇ ਨੇ, ਕੁਝ ਨਹੀਂ ਬਦਲਿਆ ਔਰ ਨਾ ਹੀ ਕੁਝ ਬਦਲੇਗਾ। ਸੋ ਪਹਿਲਾਂ ਤਾਂ ਇਹੀ ਜਿਹੜੀ ਇੱਕ ਸੋਚ, ਇੱਕ ਮਾਨਿਅਤਾ ਹੈਗੀ ਆ ਲੈ ਕੇ ਅਸੀਂ ਚੱਲਦੇ ਹਾਂ, ਉਹਨੂੰ ਬਹੁਤ ਉਹਨੂੰ
ਚੇਂਜ ਕਰਨਾ ਬਹੁਤ ਜ਼ਰੂਰੀ ਹੈ ਓਕੇ ਔਰ ਫਿਰ ਹੀ ਜਦੋਂ ਅਸੀਂ ਹੁਣ ਸੀਰੀਜ਼ ਦੇ ਵਿੱਚ ਇੱਕ ਇੱਕ ਵਰਚੂ ਨੂੰ ਲੈ ਕੇ ਦੇਖਾਂਗੇ ਕਿ ਕਿੱਦਾਂ ਉਹ ਵਰਚੂ ਅਸੀਂ ਇਸਤੇਮਾਲ ਕਰ ਸਕਦੇ ਹਾਂ ਸਾਨੂੰ ਕਿੱਦਾਂ ਬੈਨੀਫਿਟ ਕਰ ਰਿਹਾ ਔਰ ਕਿਉਂ ਅਸੀਂ ਇਸਤੇਮਾਲ ਨਹੀਂ ਕਰ ਪਾ ਰਹੇ ਅੱਜ ਤੱਕ ਸਾਡੀ ਜ਼ਿੰਦਗੀ ਦੇ ਵਿੱਚ ਉਹ ਅਸੀਂ ਇੱਕ ਇੱਕ ਸੈਗਮੈਂਟਸ ਦੇ ਵਿੱਚ ਬਹੁਤ ਵਿਸਤਾਰ ਦੇ ਨਾਲ ਗੱਲ ਕਰਾਂਗੇ ਸੋ ਹੋਪਫੁਲੀ ਮੇਰੀ ਸਾਡੀ ਇਹ ਆਸ਼ਾ ਹੈਗੀ ਆ ਕਿ ਸਾਡੇ ਸੁਣਨ ਵਾਲੇ ਇਹਨੂੰ ਅਕਾਊਂਟ ਦੇ ਵਿੱਚ ਲੈ ਕੇ ਆਪਣੀ ਜਿਹੜੀਆਂ ਅੱਜ ਤੱਕ ਸਿਚੁਏਸ਼ਨਸ ਹੈਗੀਆਂ ਨੈਗੇਟਿਵ ਸਿਚੁਏਸ਼ਨਸ ਹੈਗੀਆਂ ਜਿਹੜਾ ਨੂੰ ਉਹ ਆਪਣੀ ਸਟੋਰੀ ਜ਼ਿੰਦਗੀ ਦੀ ਬਣਾ ਰੱਖਿਆ ਹੋਪਫੁਲੀ ਦੇ ਆਰ ਏਬਲ ਟੂ ਚੇਂਜ ਦੋਸ ਸਟੋਰੀਜ਼ ਫਰਮ something that didn't work out ਪਰ ਉਹਨਾਂ ਤੋਂ ਹੀ ਉਹ ਇੱਕ ਮਨੋਬਲ ਆਤਮਿਕ ਵਿਸ਼ਵਾਸ ਲੈ ਕੇ ਆਪਣੀ ਜ਼ਿੰਦਗੀ ਦੇ ਰੁਖ ਨੂੰ ਬਦਲਣ ਨਾ ਅਸੀਂ ਜ਼ਿੰਦਗੀ ਦੇ ਵਿੱਚ ਜੋ ਹੋ ਗਿਆ ਉਹ ਅਸੀਂ ਨਹੀਂ ਬਦਲ ਸਕਦੇ ਔਰ ਜੋ ਹੋਣ ਵਾਲਾ ਉਹਨੂੰ ਵੀ ਅਸੀਂ ਨਹੀਂ ਬਦਲ ਸਕਦੇ ਪਰ ਜੋ ਅਸੀਂ ਇਸ ਵੇਲੇ ਕਰਦੇ ਹਾਂ ਉਸ ਪਰਸਪੈਕਟਿਵ ਨੂੰ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਉਹ ਸਾਡੇ ਫਿਊਚਰ ਨੂੰ ਸ਼ੇਪ ਕਰ ਰਿਹਾ ਫਿਊਚਰ ਨੂੰ ਹੀ ਨਹੀਂ ਰਾਈਟ ਨਾਓ ਉਹ ਸਾਡੇ ਕੈਰੈਕਟਰ ਨੂੰ ਸ਼ੇਪ ਕਰ ਰਿਹਾ ਸੋ ਜਿੱਦਾਂ ਜਿੱਦਾਂ ਸਾਡਾ ਕੈਰੈਕਟਰ ਸਾਡੀ ਪਰਸਨੈਲਿਟੀ ਸ਼ੇਪ ਹੋ ਰਹੀ ਹੈ ਉੱਦਾਂ ਸਾਡਾ ਐਟੀਟਿਊਡ ਡਿਵੈਲਪ ਹੁੰਦਾ ਹੈ ਔਰ ਸਾਡੇ ਐਟੀਟਿਊਡ ਤੇ ਹੀ ਉਹੀ ਤਾਂ ਇੱਕ ਬੁਨਿਆਦ ਹੈ ਨਾ ਇਸ ਦਾ ਫਾਊਂਡੇਸ਼ਨ ਕਿ ਅਸੀਂ ਜ਼ਿੰਦਗੀ ਦੇ ਵਿੱਚ ਕੀ ਕਰਦੇ ਹਾਂ ਔਰ ਕਿੱਦਾਂ ਕਰਦੇ ਹਾਂ ਐਟੀਟਿਊਡ ਇਜ਼ ਐਵਰੀਥਿੰਗ ਰਾਈਟ ਪੀਅਰ ਪ੍ਰੈਸ਼ਰ ਦਾ ਬਹੁਤ ਅਸਰ ਹੁੰਦਾ ਜੀ ਤੁਸੀਂ ਕਰੈਕਟਰ ਦਾ ਜਿਹੜਾ ਜ਼ਿਕਰ ਕੀਤਾ ਹੈਗਾ এনवायरमेंट ਜਿਸ ਤਰ੍ਹਾਂ ਹੁੰਦਾ ਉਹਦਾ ਬੰਦੇ ਤੇ ਇਨਫਲੂਐਂਸ ਹੁੰਦਾ ਉਹ ਅਸੀਂ ਗ੍ਰਹਿਣ ਕਰ ਲੈਂਦੇ ਹੈਗੇ ਜੀ ਅਸੀਂ ਅੱਜ ਸਮਾਜ ਵਿੱਚ ਦੇਖਦੇ ਹੈਗੇ ਕਿ ਸਾਨੂੰ ਸੁਸਾਇਟੀ ਰੂਲ ਕਰ ਰਹੀ ਹੈਗੀ ਤੁਸੀਂ ਸਰਕਮਸਟੈਂਸਸ ਦੀ ਜਿਹੜੀ ਗੱਲ ਕੀਤੀ ਸੀ ਮੀਡੀਆ ਦਾ ਪ੍ਰੈਸ਼ਰ ਇੰਨਾ ਹੈਗਾ ਸੁਸਾਇਟੀ ਦੇ ਵਿੱਚ ਜਿਹੜੇ ਸਾਡੇ ਸਾਖ ਸੰਬੰਧੀ ਨੇ ਸਾਡੇ ਮਿੱਤਰ ਦੋਸਤ ਹੈਗੇ ਨੇ ਉਹਨਾਂ ਦਾ ਸਾਡੇ ਤੇ ਇੰਨਾ ਇਨਫਲੂਐਂਸ ਪੈਂਦਾ ਕਿ ਅਸੀਂ ਕਈ ਵਾਰ ਨਾ ਚਾਹੁੰਦੇ ਹੋਏ ਵੀ ਉਸ ਵਿੱਚ ਫਲੋ ਕਰ ਜਾਂਦੇ ਹੈਗੇ ਐਂਡ ਅਗੇਨ ਉਹੀ ਗੱਲ ਵਾਪਸ ਜੋੜ ਦਿੰਦੇ ਕਿ ਜੇਕਰ ਅਸੀਂ ਸੈਲਫ ਕੌਨਫੀਡੈਂਟ ਹੋਵਾਂਗੇ ਕਿ ਮੈਨੂੰ ਪਤਾ ਇਹ ਚੀਜ਼ ਨਹੀਂ ਠੀਕ ਹੈਗੀ ਤੇ ਦੈਨ ਨੋਬਡੀ ਕੈਨ ਫੋਰਸ ਮੀ ਟੂ ਡੂ ਦੈਟ ਬਟ ਅਸੀਂ ਐਕਸਕਿਊਜ਼ਸ ਲੱਭ ਕੇ ਉਹ ਯਾਰ ਹੋ ਗਿਆ ਮੇਰੇ 'ਚ ਉਹ ਰੁਕਿਆ ਨਹੀਂ ਗਿਆ ਉਹਨੇ ਮੇਰੇ 'ਤੇ ਬਹੁਤ ਪ੍ਰੈਸ਼ਰ ਪਾ ਦਿੱਤਾ ਇਹ ਚੀਜ਼ਾਂ ਦੇ ਨਾਲ ਅਸੀਂ ਰੁੜ ਜਾਂਦੇ ਹਾਂ ਉਸ ਫਲੋ ਦੇ ਵਿੱਚ ਜਦ ਕਿ ਸਾਨੂੰ ਉੱਥੇ ਸਟੈਂਡ ਲੈਣਾ ਚਾਹੀਦਾ ਹੁਣ ਅਗੇਨ ਜੀਵਨ ਦੇ ਵਿੱਚ ਅਸੀਂ ਹਰ ਕੋਈ ਬਿਜ਼ਨਸ ਕਰ ਰਿਹਾ ਕੋਈ ਨੌਕਰੀ ਕਰ ਰਿਹਾ ਆਪਣਾ ਜੀਵਨ ਗੁਜ਼ਾਰਨ ਲਈ ਅਸੀਂ ਕੁਝ ਨਾ ਕੁਝ ਕਰਦੇ ਹਾਂ ਉੱਥੇ ਵੀ ਐਂਡ ਅਗੇਨ ਐਬਸੋਲੂਟਲੀ ਐਂਡ ਅਸੀਂ ਜਿਹੜਾ ਕੰਪਾਰਟਮੈਂਟਲਾਈਜ਼ ਕਰ ਦਿੱਤਾ ਰਿਲੀਜਨ ਸਪਿਰਿਚੁਅਲਿਟੀ ਨੂੰ ਅਸੀਂ ਕਰ ਦਿੱਤਾ ਕੇਂਦਰਿਤ ਕਰ ਦਿੱਤਾ ਜਦ ਕਿ ਇਹ ਤਾਂ ਸਾਡੇ ਹਰ ਜੀਵਨ ਦੇ ਐਸਪੈਕਟ ਵਿੱਚੋਂ ਰਿਫਲੈਕਟ ਹੋਣੀ ਚਾਹੀਦੀ ਸੀ ਮੈਂ ਕਿਸ ਤਰ੍ਹਾਂ ਕਿਸੇ ਨਾਲ ਡੀਲ ਕਰ ਰਿਹਾ ਮੇਰਾ ਬਿਜ਼ਨਸ ਡੀਲਿੰਗਸ ਕੀ ਨੇ ਜਾਂ ਮੈਂ ਜੌਬ ਜਿੱਥੇ ਕਰ ਰਿਹਾ ਕਿੰਨੀ ਕੁ ਮੈਂ ਇਮਾਨਦਾਰੀ ਨਾਲ ਕਰ ਰਿਹਾ ਸੋ ਇਮਾਨਦਾਰੀ ਦਾ ਲਫ਼ਜ਼ ਸਬਕ ਤਾਂ ਮੈਂ ਆਪਣੇ ਬੱਚਿਆਂ ਨੂੰ ਜ਼ਰੂਰ ਪੜ੍ਹਾਉਣਾ ਪਰ ਕਿੰਨਾ ਕੁ ਮੈਂ ਉਸ 'ਤੇ ਤੁਰਨ ਨੂੰ ਤਿਆਰ ਹੈਗਾ ਇਹ ਇੱਕ ਬੜਾ ਵੱਡਾ ਮੇਜਰ ਫੈਕਟਰ ਹੈਗਾ ਕਿਉਂਕਿ ਅਸੀਂ ਲੀਡਰਸ ਨੂੰ ਸੁਣਦੇ ਹਾਂ ਅਸੀਂ ਆਪਣੇ ਰਿਲੀਜੀਅਸ ਗਰੁੱਪਸ ਨੂੰ ਦੇਖਦੇ ਹਾਂ ਗੱਲਾਂ ਸਾਰੀਆਂ ਹੁੰਦੀਆਂ ਨੇ ਉੱਥੇ ਕੋਈ ਵੀ ਧਾਰਮਿਕ ਥਾਂ ਦੇ ਉੱਤੇ ਜਾਂ ਕੋਈ ਧਾਰਮਿਕ ਆਰਗੇਨਾਈਜੇਸ਼ਨ ਜਾਂ ਕੋਈ ਸਾਡੀ ਆਪਣੀ ਇੰਟਰੈਕਸ਼ਨ ਦੇ ਵਿੱਚ ਕਦੀ ਵੀ ਅਸੀਂ ਮਾਨਤਾ ਨਹੀਂ ਦਿੰਦੇ ਨੇ ਮਾੜੀਆਂ ਚੀਜ਼ਾਂ ਨੂੰ ਪਰ ਉਹੀ ਚੀਜ਼ਾਂ ਅਸੀਂ ਆਪ ਕਰ ਰਹੇ ਹੁੰਦੇ ਹਾਂ ਰਾਦਰ ਉਹਨਾਂ ਦੇ ਗਾਰਬ ਦੇ ਵਿੱਚ ਇਹ ਚੀਜ਼ਾਂ ਚੱਲ ਰਹੀਆਂ ਹੁੰਦੀਆਂ ਨੇ ਸੋ ਇਹ ਜਿਹੜੀ ਸਮੱਸਿਆ ਹੈਗੀ ਹੈ ਇਹਦੇ ਵਿੱਚ ਅਗੇਨ ਡਿੰਪਲ ਜੀ ਵੀ ਹੈਵ ਟੂ ਕਮ ਅਪ ਵਿਦ ਦੋਸ ਵਰਚੂਜ਼ ਜਿਹਨਾਂ ਦਾ ਤੁਸੀਂ ਜ਼ਿਕਰ ਕੀਤਾ ਕਿ ਇਹ ਸਟਰੈਂਥਨ ਅਸੀਂ ਕਰਨੀਆਂ ਹੈਗੀਆਂ ਐਬਸੋਲੂਟਲੀ ਹੈਪੀ ਜੀ ਸੋ ਨੌਲੇਜ ਹੋ ਗਈ ਤੁਸੀਂ ਕਿਹਾ ਸੈਲਫ ਡਿਸਪਲਿਨ ਹੋ ਗਿਆ ਉਸ ਤੋਂ ਬਾਅਦ ਹੁਣ ਕਿਸ ਤਰ੍ਹਾਂ ਇਹਨਾਂ ਨੂੰ ਅਸੀਂ ਪ੍ਰੈਕਟੀਕੈਲਿਟੀ ਵਾਲੇ ਪਾਸੇ ਲੈ ਕੇ ਚੱਲੀਏ ਜੀ ਪ੍ਰੈਕਟੀਕੈਲਿਟੀ ਹੁਣ ਜਿੱਦਾਂ ਸੀਗਾ ਕਿ ਅਲੱਗ ਅਸੀਂ ਇੱਕ ਇੱਕ ਵਰਚੂ ਨੂੰ ਲੈ ਕੇ ਦੇਖਾਂਗੇ ਔਰ ਪਹਿਲਾਂ ਇਹ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਹੋਰ ਗੱਲ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਇਹ ਜਿਹੜਾ ਇਹਨਾਂ ਨੂੰ ਸਮਝਣਾ ਇਹਨਾਂ ਨੂੰ ਪ੍ਰੈਕਟੀਕਲੀ ਇਸਤੇਮਾਲ ਕਰਨਾ ਜੀ ਇਹ ਇੱਕ ਸਪਿਰਿਚੁਅਲਿਟੀ ਦਾ ਪੱਖ ਹੈਗਾ ਔਰ ਸਪਿਰਿਚੁਅਲਿਟੀ ਤੇ ਜੋ ਅਸੀਂ ਚੱਲਦੇ ਹਾਂ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਸਾਰਿਆਂ ਦੇ ਕੋਲੋਂ ਸਾਰੇ ਨਾਲੋਂ ਵੱਖ ਹੋ ਗਏ ਜਾਂ ਸਾਰਿਆਂ ਤੋਂ ਅਸੀਂ ਵੱਖ ਹੋ ਕੇ ਚੱਲਦੇ ਹਾਂ ਔਨ ਦ ਕੰਟਰਰੀ ਉਸੇ ਸਮਾਜ ਦੇ ਵਿੱਚ ਰਹਿੰਦੇ ਹੋਏ ਅਸੀਂ ਜਿੱਦਾਂ ਤੁਸੀਂ ਕਿਹਾ ਸਾਡੀ ਫੈਮਿਲੀ ਲਾਈਫ ਹੈਗੀ ਆ ਸਾਡਾ ਬਿਜ਼ਨਸ ਹੈਗਾ ਉਹ ਸਾਰਾ ਕੁਝ ਕਰਦੇ ਹੋਏ ਯੂ ਆਰ ਐਕਚੁਅਲੀ ਕੰਟਰੀਬਿਊਟਿੰਗ ਟੂ ਦ ਸੋਸਾਇਟੀ ਐਜ਼ ਅ ਹੋਲ ਰਾਈਟ ਬਿਕਾਜ਼ ਹੁਣ ਤੁਸੀਂ ਇੱਕ ਸਾਰਿਆਂ ਦੇ ਨਾਲ ਮਿਲ ਜੁਲ ਕੇ ਨਹੀਂ ਯੂ ਵਿਲ ਸਟੈਂਡ ਆਊਟ from the rest stand out meaning you will be in your own power ਜਦੋਂ ਕੋਈ ਵੀ ਆਪਣੀ ਪਾਵਰ ਦੇ ਵਿੱਚ ਹੁੰਦਾ ਆ who doesn't like to be part of that person right because they are influenced by your existence your presence rather than you just being part of that whole atmosphere itself so meaning to say ਚਾਹੇ ਬੱਚਾ ਚਾਹੇ ਜਵਾਨ ਚਾਹੇ ਸਿਆਣਾ ਕੋਈ ਵੀ ਇਹਨਾਂ ਨੂੰ ਜਦੋਂ ਅਸੀਂ ਕਰਦੇ ਹਾਂ you do create that difference and you do bring about that change
ਸੋ ਦੈਟ ਥਿੰਗ ਹੈਜ਼ ਟੂ ਬੀ ਐਸਟੈਬਲਿਸ਼ਡ ਇਨ ਆਰ ਮਾਈਂਡ, ਜਿਹੜੀ ਤੁਸੀਂ ਗੱਲ ਕੀਤੀ ਕਿ ਬਈ ਤੁਹਾਡੀ ਹਰ ਇੱਕ contribution ਜਿਹੜਾ ਹਰ ਇੱਕ ਐਕਸ਼ਨ ਜਿਹੜਾ ਤੁਹਾਡਾ ਉਹ ਕੰਟਰੀਬਿਊਟ ਕਰੇ ਟੁਵਰਡਸ ਅ ਬੈਟਰ ਸੋਸਾਇਟੀ ਵਿਚ ਇਜ਼ ਦ ਬੇਸਿਕ ਪਰਪਸ ਮਾਈਂਡ ਐਂਡ ਵਾਟ ਹੈਪਨਸ ਇਜ਼ ਅੱਜ ਤੱਕ ਅਸੀਂ ਆਟੋ ਪਾਇਲਟ ਤੇ ਚੱਲਦੇ ਹਾਂ, ਰਾਈਟ, ਤੇ ਜਦੋਂ ਅਸੀਂ ਇਹਨਾਂ ਵਰਚੂਜ਼ ਨੂੰ ਕੌਨਸ਼ੀਅਸਲੀ ਇੰਬਾਈਬ ਕਰਦੇ ਹਾਂ, that means you're aware of your thoughts that you're creating, right, and you're aware of your words that you're speaking, and you're aware of the actions that you're performing, so you're no longer just allowing things happen to you, right, you are actually taking the driver's seat, and you are changing, you are going towards the course of the direction you want to go to. And most importantly, that is where ਜਿੱਦਾਂ ਤੁਸੀਂ ਕਰਦੇ ਸੀਗੇ ਕਿ living in the now, this is what living in the now is. You're making your each decision based on your awareness of your core values. Yeah? But for that, each and it is a work on the self. So basically you are the creator of your own destiny. You are the creator of your own destiny, you're the author of your own book, and you are the captain of your own ship. Absolutely ਜੀ। ਐਂਡ ਕਿਵੇਂ ਅਸੀਂ ਹੋਰ ਸਟਰੈਂਥਨ ਕਰਨਾ ਹੈ, ਕੈਪਟਨ ਬਣਨਾ ਆਪਣੀ ਹੀ ਜਹਾਜ਼ ਦਾ, ਇਸ ਬਾਰੇ ਅਸੀਂ ਆਉਣ ਵਾਲੇ ਪ੍ਰੋਗਰਾਮ ਵਿੱਚ ਚਰਚਾ ਕਰਾਂਗੇ, ਤੇ ਵਰਚੂਜ਼ ਦਾ ਜਿਹੜਾ ਤੁਸੀਂ ਜ਼ਿਕਰ ਕੀਤਾ ਇਹਨਾਂ ਦੇ ਉੱਤੇ ਡਿਸਕਸ਼ਨ ਕਰਾਂਗੇ। ਧੰਨਵਾਦ ਤੁਹਾਡਾ ਇੱਥੇ ਆ ਕੇ ਗੱਲਬਾਤ ਕਰਨ ਲਈ। ਥੈਂਕ ਯੂ ਫॉर योर टाइम। Thank you, Harpreet ji।